ਪੁਆਧੀ ਟੀਵੀ ਦਾ ਖਾਸ ਪ੍ਰੋਗਰਾਮ ਖਬਰ ਚਰਚਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ। ਇਹਨਾਂ ਖਬਰਾਂ ਤੇ ਚਰਚਾ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਧਨਵੰਤ ਸਿੰਘ ਘੁੰਮਾਣ ਮੌਜੂਦ ਨੇ। ਧਨਵੰਤ ਜੀ, ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਬਾਈ ਜੀ। ਧਨਵੰਤ ਜੀ, ਕਿਵੇਂ ਦੇਖਦੇ ਹੋ ਕੱਲ ਰਾਜਪੁਰਾ ਦੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋਇਆ, ਉਸ ਤੋਂ ਬਾਅਦ ਅੱਜ ਪੰਜਾਬ ਭਾਜਪਾ ਦੇ ਵੱਲੋਂ ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ। ਅਸਲ ਵਿੱਚ ਸੁਖਵੀਰ ਜੀ ਜੋ ਸਥਿਤੀ ਕਿਸ ਤਰ੍ਹਾਂ ਬਣੀ ਜੀ, ਪਹਿਲਾਂ ਇਸਕੇ ਪਿਛੋਕੜ ਮਾਂ ਜਾਣ ਦੀ ਲੋੜ ਆ। ਭਾਜਪਾ ਦਾ ਆਗੂ ਆ ਜਿਹੜਾ ਉਸਨੂੰ ਘੇਰਿਆ ਜਾ ਕਿਸਾਨਾਂ ਕਨੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਝੜਪ ਹੋਆ, ਮਾੜੀ ਮੋਟੀ ਬੋਲਚਾਲ ਹੋਆ, ਫਿਰ ਉਸ ਤੋਂ ਬਾਅਦ ਹੱਥੋਂ ਪਾਈ ਵੀ ਜਿਹੜਾ ਕੰਮ ਪਹੁੰਚ ਜਾ ਜਿਸ की ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਲੋਕ ਦੇਖ ਰਹੇ ਹਨ। ਉਸ ਤੋਂ ਬਾਅਦ ਜਿਹੜਾ ਭਾਜਪਾ ਦਾ ਆਗੂ ਆ ਉਸਨੂੰ ਘਰ ਕੇ ਵਿੱਚ ਇੱਕ ਲਾ ਲਓ ਵੀ ਇੱਕ ਬੰਦੀ ਬਣਾ ਕੇ ਵੀ ਰੱਖਿਆ ਜਾ ਕਿਸਾਨਾਂ ਕਨੀ ਤੇ ਘਰ ਕਾ ਬਿਜਲੀ ਪਾਣੀ ਕੱਟ ਦਿਆ ਗਿਆ। ਤਾਂ ਚਲੋ ਇੱਕ ਅਣਮਨੁੱਖੀ ਗੱਲ ਆ ਵੀ ਇਸ ਤਰ੍ਹਾਂ ਕਰਨਾ ਤਾਂ ਨਹੀਂ ਚਾਹੀਦਾ ਜੇ ਕਿਸੇ ਨੂੰ ਆਪਾਂ ਸਧਾਰਨ ਤੌਰ 'ਤੇ ਸੋਚੀਏ, ਪਰ ਇਸ ਤਰ੍ਹਾਂ ਕਾ ਕਿਸਾਨਾਂ ਨੂੰ ਐਕਸ਼ਨ ਲੈਣ ਦੀ ਨੌਬਤ ਕਿਉਂ ਆਈ, ਸੋਚਣ ਵਾਲੀ ਗੱਲ ਜੋ ਆ। ਇਸ ਤੇ ਪਹਿਲਾਂ ਵੀ ਜਿਹੜੇ ਬੀਜੇਪੀ ਨੇਤਾ ਉਹਨਾਂ ਦਾ ਵਿਰੋਧ ਹੋਵੇ ਤਾਂ ਉਹਨਾਂ ਦਾ ਵਿਰੋਧ ਵੀ ਹੁੰਦਾ ਰਿਹਾ, ਪਰ ਕਿਸਾਨ ਇੰਨੇ ਗੁੱਸੇ ਦੇ ਵਿੱਚ ਆ ਕਿਉਂ ਰਹੇ ਆ, ਇਸ ਗੱਲ ਦਾ ਵੀ ਪਿੱਛਾ ਝਾਕਣ ਦੀ ਲੋੜ ਆ। ਕਿਉਂਕਿ ਬੀਜੇਪੀ ਕੇ ਜਿਹੜੇ ਨੇਤਾ ਜਿਹੜੇ ਉੱਪਰ ਲੀਡਰਸ਼ਿਪ ਬੈਠੀ ਆ, ਜੋ ਗੱਲ ਮੈਂ ਨਹੀਂ ਕਹਿ ਰਿਹਾ, ਜੋ ਗੱਲ ਅਨਿਲ ਜੋਸ਼ੀ ਹੋਰਾਂ ਨੇ ਵੀ ਕਹੀ ਆ ਵੀ ਉਹਨਾਂ ਨੂੰ ਇਹ ਬਾਤ ਸੋਚਣੀ ਚਾਹੀਦੀ ਆ ਵੀ ਜੇਕਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਰਜੀਤ ਗਰੇਵਾਲ ਵਰਗੇ ਜੋ ਬਿਆਨ ਦਿੰਦੇ ਰਹਾ, ਜੇ ਇਸ ਤਰ੍ਹਾਂ ਦੇ ਬਿਆਨ ਲਗਾਤਾਰ ਦਿੰਦੇ ਰਹੇ ਤਾਂ ਜਿਹੜੇ ਪੰਜਾਬ ਦੇ ਕਿਸਾਨ ਆ ਉਹਨਾਂ ਦੇ ਅੰਦਰ ਗੁੱਸਾ ਜਿਹੜਾ ਉਹ ਵੱਧਦਾ ਜਾਵੇਗਾ। ਪਰ ਉਹੀ ਗੱਲ ਹੋਈ, ਕਿਸਾਨਾਂ ਦੇ ਅੰਦਰ ਗੁੱਸਾ ਜਿਹੜਾ ਉਹ ਵੱਧਦਾ ਜਾ ਰਿਹਾ। ਜਦ ਤੁਸੀਂ ਕਿਸੇ ਬੰਦੇ ਨੂੰ ਬਾਰ-ਬਾਰ ਛੇੜੀ ਜਾਓਗੇ, ਖਜਾਈ ਜਾਓਗੇ ਔਰ ਫਿਰ ਉਸ ਬੰਦੇ ਦਾ ਗੁੱਸਾ ਚੈੱਕ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਕਿਤੇ ਨਾ ਕਿਤੇ ਉਹ ਭਿਆਨਕ ਰੂਪ ਧਾਰਨ ਕਰ ਲਿਆ। ਉਹੀ ਕੰਮ ਆ ਜਿਹੜਾ ਉਹ ਕੱਲ ਆ ਜਿਹੜਾ ਬੀਜੇਪੀ ਕੇ ਆਗੂ ਨਾਲ ਜਿਹੜਾ ਕਿ ਰਾਜਪੁਰੇ ਵਾਪਰਿਆ, ਉਸਦਾ ਕਾਰਨ ਜੋ ਹੀ ਥਾ। ਸੋ ਗੱਲਬਾਤ ਜੋ ਆ ਵੀ ਦੇਖੋ ਜੀ, ਜਦ ਹਰਜੀਤ ਗਰੇਵਾਲ ਉਹਨੀ ਆਤੰਕਵਾਦੀਆਂ ਦੇ ਨਾਲ ਤੁਲਨਾ ਕਰਾਂ ਕਿਤੇ ਲਾ ਲਓ ਵੀ ਇਹਨਾਂ ਦੀ ਕਿਸਾਨਾਂ ਦੀ, ਜਦ ਹਰਜੀਤ ਗਰੇਵਾਲ ਕੇ ਬਿਆਨ ਇਸ ਤਰ੍ਹਾਂ ਗਿਆ ਵਾ ਵੀ ਤੁਸੀਂ ਕਿਸਾਨਾਂ ਦਾ ਪੰਜਾਬ ਪੁਲਿਸ ਨੂੰ ਸਫਾਇਆ ਕਰਨਾ ਚਾਹੀਦਾ ਜਿਸ ਤਰ੍ਹਾਂ ਆਤੰਕਵਾਦੀਆਂ ਦਾ ਸਫਾਇਆ ਕਰਿਆ ਤਾਂ ਵੀ ਜੋ ਗੁੰਡੇ ਆ, ਜੋ ਫਲਾਣਾ ਟਮਕਾਣਾ, ਜਦ ਤੁਸੀਂ ਅਗਲੇ ਨੂੰ ਬਾਰ-ਬਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰੋ, ਜਦ ਹਰਜੀਤ ਗਰੇਵਾਲ ਨੂੰ ਕੁਝ ਕਹਿ ਨਹੀਂ ਰਹੀ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹਰਜੀਤ ਗਰੇਵਾਲ ਦੀ ਬਿਆਨਬਾਜ਼ੀ ਤੇ ਅਨਿਲ ਜੋਸ਼ੀ ਵੀ ਲਗਾਤਾਰ ਬਿਆਨ ਚੁੱਕਦੇ ਸੀ ਕਿ ਤੁਸੀਂ ਤਾਂ ਬਿਆਨ ਦੇ ਦਿੰਦੇ ਹੋ, ਭੁਗਤਣਾ ਜਿਹੜੇ ਗਰਾਊਂਡ ਜਿਹੜੇ ਜ਼ਮੀਨੀ ਪੱਧਰ ਤੇ ਲੀਡਰ ਫਿਰਦੇ ਨੇ ਉਹਨਾਂ ਨੂੰ ਪੈਂਦਾ। ਪਰ ਗੱਲ ਸਹੀ ਆ ਅਨਿਲ ਜੋਸ਼ੀ ਹੋਰਾਂ ਦੀ। ਅਨਿਲ ਜੋਸ਼ੀ ਹੋਰਾਂ ਨੂੰ ਕੱਢੇ ਤਾਂ ਗਿਆ ਪਾਰਟੀ ਚੋਂ। ਅਸਲ ਦੇ ਵਿੱਚ ਅਨਿਲ ਜੋਸ਼ੀ ਹੋਰੀ ਜਿਹੜੇ ਲਾ ਲਓ ਵੀ ਇੱਕ ਪਾਰਟੀ ਨੂੰ ਕਹਿ ਨਹੀਂ ਦਿਆ, ਕਈ ਵਾਰੀ ਜਿਹੜਾ ਬੰਦਾ ਸਿਆਣੀ ਸਲਾਹ ਦੇਹਾ ਉਹ ਆਪਣੀ ਸਲਾਹ ਮੰਨਣ ਕੀ ਬਜਾਏ ਉਹ ਬੰਦਾ ਆਪਾਂ ਨੂੰ ਗਲਤ ਲੱਗਣ ਲੱਗ ਜਾ। ਉਹੀ ਗੱਲ ਇਸ ਟਾਈਮ ਬੀਜੇਪੀ ਵਾਲਿਆਂ ਦੀ ਬਣੀ ਹੋਈ ਹੈ। ਇਸ ਟਾਈਮ ਬੀਜੇਪੀ ਵਾਲਿਆਂ ਨੂੰ ਨਿਊ ਹੋਇਆ ਪਿਆ ਵੀ ਜੇ ਕੋਈ ਬੰਦਾ ਮੈਨੂੰ ਸਹੀ ਵੀ ਕਹਿ ਰਿਹਾ ਵੀ ਉਹ ਬੰਦਾ ਗਲਤ ਹੋ ਸਕਦਾ, ਅਸੀਂ ਗਲਤ ਨਹੀਂ ਹੋ ਸਕਦੇ। ਜਦ ਕਿ ਪੰਜਾਬ ਦੀ ਜਿਹੜੀ ਸੱਚਾਈ ਆ, ਅਸਲ 'ਚ ਜ਼ਮੀਨੀ ਹਕੀਕਤ ਆ, ਉਹ ਜਿਹੜੀ ਅਨਿਲ ਜੋਸ਼ੀ ਨੇ ਆਪਣੀ ਸਰਕਾਰ ਕੇ ਅੱਗਾ, ਆਪਣੀ ਪਾਰਟੀ ਕੇ ਅੱਗਾ ਰੱਖੀ ਸੀ ਵੀ ਜ਼ਮੀਨੀ ਹਕੀਕਤ ਜੋ ਆ ਵੀ ਤੁਹਾਨੂੰ ਇਸ ਚੀਜ਼ ਤੇ ਲਾ ਲਓ ਸਾਵਧਾਨ ਹੋਣਾ ਚਾਹੀਦਾ। ਪਰ ਨਾ, ਅਨਿਲ ਜੋਸ਼ੀ ਪਾਰਟੀ ਦੇ ਬਾਹਰ ਕੱਢਤਿਆ। ਹਰਜੀਤ ਗਰੇਵਾਲ ਦਾ ਦੂਜੇ ਤੀਜੇ ਦਿਨ ਫੇਰ ਬਿਆਨ ਆ ਰਿਹਾ, ਹਰਜੀਤ ਗਰੇਵਾਲ ਕਹਾ ਜੀ ਉਹ ਤਾਂ ਆਤੰਕਵਾਦੀ ਆ ਜੀ, ਫਲਾਣਾ ਜੀ, ਗੁੰਡੇ ਆ ਜੀ। ਮਤਲਬ ਜਦ ਇਸ ਤਰ੍ਹਾਂ ਦੀਆਂ ਗੱਲਾਂ ਬਾਈ ਸਾਹਮਣੇ ਆਉਂਦੀਆਂ ਤਾਂ ਲੋਕਾਂ ਦੇ ਵਿੱਚ ਗੁੱਸਾ ਵਧਣਾ ਆਮ ਨੋਰਮਲ ਗੱਲ ਆ। ਜਦ ਕਿਸਾਨਾਂ ਨੇ ਸਾਨੂੰ ਕਹਿ ਤਿਆ ਵੀ ਭਾਈ ਤੁਸੀਂ ਨਾ ਨਿਕਲੋ ਬਾਹਰ, ਠੀਕ ਆ, ਵੀ ਆਪਾਂ ਨੂੰ ਸਿੱਧੇ ਤੌਰ 'ਤੇ ਪਤਾ ਵੀ ਵਿਰੋਧ ਹੋ ਰਿਹਾ ਕਿਸੇ ਚੀਜ਼ ਦਾ, ਤਾਂ ਆਪਾਂ 2 ਦਿਨ ਟਾਲਾ ਵੱਟ ਲਿਓ। ਸਿਆਣਾ ਬੰਦਾ ਤਾਂ ਉਹੀ ਹੋਆ ਨਾ ਜਿਹੜਾ ਸਮਾਂ ਵਿਚਾਰ ਲੇ। ਹੁਣ ਜਦ ਸਮਾਂ ਵਿਚਾਰ ਨਹੀਂ ਰਹੇ, ਤਾਕਤ ਪਰਖਾਂ ਕਿਸਾਨਾਂ ਕੀ, ਔਰ ਕਿਸਾਨ ਪਹਿਲਾਂ ਗੁੱਸੇ ਦੇ ਵਿੱਚ ਆ, ਉਹ ਕਿਤੇ ਨਾ ਕਿਤੇ ਫਿਰ ਬਾਈ ਗੁੱਸਾ ਕਿਸੇ ਨਾ ਕਿਸੇ ਮਾੜੀ ਝੜਪ ਦਾ ਰੂਪ ਧਾਰੇਗਾ ਜਾਂ ਕੁਛ ਵੀ ਇਸ ਤਰ੍ਹਾਂ ਦੇ ਰੂਪ ਮੇ ਬਾਹਰ ਆਵੇਗਾ। ਠੀਕ ਆ, ਇਸ ਗੱਲ ਨੂੰ ਆਪਾਂ ਵੀ ਗਲਤ ਮੰਨੀਏ ਕਿ ਕਿਸੇ ਨਾਲ ਅਣਮਨੁੱਖੀ ਵਿਵਹਾਰ ਕਰਨਾ, ਠੀਕ ਆ, ਚਾਹੇ ਉਹ ਕੋਈ ਬੀਜੇਪੀ ਦਾ ਨੇਤਾ, ਚਾਹੇ ਕਿਸੇ ਵੀ ਚੀਜ਼ ਪਾਰਟੀ ਰੋਸ ਹੈ, ਪਰ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਵੀ ਕਰਨੀਆਂ ਬੀਜੇਪੀ ਦੇ ਆਗੂ ਨਾਲ ਗਲਤ ਨੇ। ਚਾਹੇ ਬੀਜੇਪੀ का भाई किसी भी पार्टी का बंदा उसके गैल देखो ਆਪਾਂ ਅਣਮਨੁੱਖੀ ਵਿਵਹਾਰ ਕਰੀਏ ਉਹ ਗਲਤ ਆ। ਪਰ ਜਦ ਕਿਤੇ ਆਗੂਆਂ ਕਨੀ ਤੇ ਉਹਨਾਂ ਨੇ ਕਿਸਾਨਾਂ ਦਾ ਤਰਕ ਦਿਆ ਗਿਆ, ਕਿਸਾਨ ਕਹਾਂ ਵੀ ਉਹ ਜਿਹੜਾ ਅੰਗ ਰੱਖਿਆ ਦਾ ਜਿਹੜਾ ਸਿਕਿਉਰਿਟੀ ਵਾਲਾ ਦਾ, ਉਸ ਬੰਦੇ ਨੇ ਪਿਸਟਲ ਦਿਖਾਈ ਕਿਸਾਨਾਂ ਨੂੰ, ਕਿਸਾਨਾਂ ਨੂੰ ਧਮਕੀਆਂ ਨਹੀਂ। ਹੁਣ ਜਦ ਯਾਰ ਤੁਸੀਂ ਇੱਕ ਬੰਦੇ ਨੂੰ ਪਹਿਲਾਂ ਹੀ ਗੁੱਸੇ ਦੇ ਵਿੱਚ ਆ, ਉਸ ਬੰਦੇ ਨੂੰ ਤੁਸੀਂ ਉਸ ਬੰਦੇ ਦਾ ਗੁੱਸਾ ਪਰਖਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਉਸ ਬੰਦੇ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕਿਤੇ ਨਾ ਕਿਤੇ ਉਹ ਬੰਦੇ ਆਪਦੇ ਗੁੱਸਾ ਇਸ ਤਰ੍ਹਾਂ ਭੜਕੇਗਾ ਕਿ ਉਹ ਅੰਤ ਦੇ ਵਿੱਚ ਕਿਸੇ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਰਿਹਾ। ਕਾਰਨ ਜੋ ਹੀ ਬਣਿਆ
ਕਿ ਉਹਨਾਂ ਨੇ ਕਿਸਾਨਾਂ ਨੂੰ ਪਿਸਟਲ ਦਿਖਾਈ ਜਾਂ ਕੁਝ ਵੀ ਕਰਿਆ ਉਸਕੇ ਸਿਕਿਉਰਿਟੀ ਵਾਲੇ ਨੇ, ਤਾਂ ਕਿਸਾਨਾਂ ਨੇ ਕਿਹਾ ਵੀ ਮਾਫੀ ਮੰਗੇ, ਉਹ ਕਹਾ ਮਾਫੀ ਨਹੀਂ ਮੰਗਦੇ ਤਾਂ ਫਿਰ। ਧਨਵੰਤ ਜੀ, ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਬੀਜੇਪੀ ਦੇ ਲੀਡਰ ਨੂੰ ਘੇਰ ਲਿੱਤਾ ਜਾਂਦਾ, ਜੇ ਇਸੇ ਤਰ੍ਹਾਂ ਚੱਲ ਰਿਹਾ ਕਿ ਇਹਦਾ ਕੋਈ ਮਾੜਾ ਪ੍ਰਭਾਵ ਅੰਦੋਲਨ ਤੇ ਪਵੇ? ਦੇਖੋ ਸੁਖਵੀਰ ਜੀ, ਮਾੜਾ ਪ੍ਰਭਾਵ ਤਾਂ ਹੁਣ ਕੀ ਪੈਣਾ, ਕਿਉਂਕਿ ਹੁਣ ਤੱਕ ਜਦ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਬੀਜੇਪੀ ਤਾਂ ਆਤੰਕਵਾਦੀ ਕਹਿ ਚੁੱਕੀ ਆ, ਜਿਹੜੇ ਉਤਾ ਧਰਨੇ 'ਤੇ ਕਿਸਾਨ ਬੈਠੇ थे, ਜਦ ਇਸ ਤਰ੍ਹਾਂ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹਰਿਆਣੇ ਦੇ ਵਿੱਚ ਨਹੀਂ ਹੋ ਰਹੀਆਂ ਤੀਆਂ, ਸ਼ੁਰੂ ਕੀ ਗੱਲ ਆ ਜਮਾਂ ਸ਼ੁਰੂ ਕੀ, ਉਹ ਬੀਜੇਪੀ ਨੇ ਜਦ ਵੀ ਉਹਨਾਂ ਨੂੰ ਆਤੰਕਵਾਦੀ, ਖਾਲਿਸਤਾਨੀ, ਮਾਓਵਾਦੀ ਬਹੁਤ ਕੁਝ ਕਿਹਾ, उस टाइम तक किसी बीजेपी के लीडर का कराव नहीं करा था, उस टाइम तक किसी बीजेपी लीडर का विरोध नहीं हुआ था। उस टाइम भी बीजेपी के ਜਿਹੜੇ ਬਕਾਊ ਮੀਡੀਆ, ਜਿਹੜਾ ਗੋਦੀ ਮੀਡੀਆ ਕਹਿੰਦਾ, ਹਾਂ ਵੀ ਗੋਦੀ ਮੀਡੀਆ ਕਰਨੀ ਤੇ ਪਹਿਲਾਂ ਵੀ ਜਿਹੜਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਉਸ ਟਾਈਮ ਵੀ ਕਿਸਾਨਾਂ ਨੂੰ ਅੱਤਵਾਦੀ ਕਿਹਾ ਗਿਆ। ਇੱਕ ਉਹ ਜਿਹੜੀ ਬੀਬੀ ਕੰਗਣਾ ਰਣੌਤੀ, ਉਸਨੇ ਲਾਲਾ ਵੀ ਲਾਈਵ ਸਿੱਧਾ ਹੈਗਾ, ਕੰਗਣਾ ਰਣੌਤ ਪਤਾ ਨਹੀਂ ਕੋਈ ਕੁਰਸੀ ਦਾ ਲਾਲਚਾ, ਪਤਾ ਨਹੀਂ ਬਾਈ ਪੈਸਿਆਂ ਦਾ ਲਾਲਚਾ, ਬਾਕੀ ਕੋਈ ਹੋਰ ਗੱਲਬਾਤ ਆ ਉਹਨਾਂ ਦੇ ਅੰਦਰ ਖਾਤੇ, ਉਹ ਨਹੀਂ ਆਪਾਂ ਕਹਿ ਸਕਦੇ, ਪਰ ਲਗਾਤਾਰ ਕਿਸਾਨਾਂ ਨੂੰ ਬੀਜੇਪੀ ਕੇ ਖਾਤਰ, ਬੀਜੇਪੀ ਕੇ ਪੈਰ ਚੱਟਣ ਕੇ ਖਾਤਰ ਟਾਰਗੇਟ ਕਰਿਆ, ਕਿਸਾਨਾਂ ਨੂੰ ਲਗਾਤਾਰ ਟਾਰਗੇਟ ਕਰਿਆ, ਕਦੇ ਕੋਈ ਭੜਕਾਊ ਬਿਆਨ, ਕਦੇ ਕੋਈ ਭੜਕਾਊ, ਮਤਲਬ ਕਿ ਬਾਈ ਜੀ ਹੁਣ ਕੰਗਣਾ ਰਣੌਤ ਨੇ ਤੀਏ ਤਿੱਖਣਾ ਬਾੜਮਾ ਬੁਈਆ ਤੜਾਕਾ ਲੈਣਾ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜੀ ਬਿਆਨਬਾਜ਼ੀ ਬੀਜੇਪੀ ਦੇ ਵੱਲੋਂ ਪਹਿਲਾਂ ਕੀਤੀ ਜਾ ਰਹੀ ਸੀ, ਇਹ ਉਸ ਦਾ ਹੀ ਖਮਿਆਜਾ ਜਿਹੜੇ ਹੁਣ ਭੁਗਤ ਰਹੇ ਨੇ? ਬਾਈ ਖਮਿਆਜਾ ਭੁਗਤਣਾ ਪੈ ਰਿਹਾ, ਕਿਉਂਕਿ ਜੇ ਦੇਖੋ ਹੁਣ ਤੁਸੀਂ ਬਾਰ-ਬਾਰ ਕਿਸੇ ਨੂੰ ਮਾੜਾ ਚੰਗਾ ਕਹੀ, ਯਾਰ ਪਹਿਲਾਂ ਕਿਸਾਨ ਅੰਦੋਲਨ ਪੂਰਾ ਸ਼ਾਂਤੀ ਨਾਲ था, ਕਿਸਾਨ ਅੰਦੋਲਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਾਤ ਨਹੀਂ थी। ਹੁਣ ਜੋ ਕਹਿੰਦਾ ਕਿਸਾਨ ਭੜਕ ਗਏ, ਕਿਸਾਨ ਉਗਰ ਹੋ ਗਏ, ਐ ਹੋ ਗਿਆ ਵੀ ਕਿਸਾਨ ਤੁਸੀਂ ਭੜਕ ਸਕੋ ਆ, ਤੁਸੀਂ ਕੁਝ ਵੀ ਬੋਲ ਸਕੋ ਆ, ਕਿਸਾਨ ਨਹੀਂ ਬੋਲ ਸਕਦੇ। ਬਾਈ ਜੀ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਹਰੇਕ ਬੰਦੇ ਨੂੰ ਆਪਣੀ ਹੱਕ ਗੱਲ ਰੱਖਣ ਦਾ ਵੀ ਹੱਕ ਆ, ਹਰੇਕ ਬੰਦੇ ਨੂੰ ਧਰਨੇ ਮੁਜ਼ਾਹਰੇ ਕਰਨ ਦਾ ਵੀ ਹੱਕ ਆ, ਹਰੇਕ ਬੰਦੇ ਨੂੰ ਆਪਣੇ ਹੱਕ ਮੰਗਣ ਦੀ ਜਿਹੜੀ ਆ ਕਿ ਆਜ਼ਾਦੀ ਆ। ਪਰ ਜੇਕਰ ਤੁਸੀਂ ਉਸ ਬੰਦੇ ਨੂੰ ਹੱਕ ਮੰਗਦੇ ਨੂੰ ਜਾਂ ਧਰਨੇ ਲਾਉਂਦੇ ਨੂੰ ਜਾਂ ਕਿਸ ਤਰ੍ਹਾਂ ਉਸ ਬੰਦੇ ਨੂੰ ਤੁਸੀਂ ਅੱਤਵਾਦੀ ਕਹੋਗੇ, ਮਾਓਵਾਦੀ ਕਹੋਗੇ, ਖਾਲਿਸਤਾਨੀ ਕੁਝ ਵੀ ਮਤਲਬ ਕਿ ਦੂਜਾ ਰੂਪ ਦੇਣ ਦੀ ਕੋਸ਼ਿਸ਼ ਕਰੋਗੇ, ਤਾਂ ਕਿਤੇ ਨਾ ਕਿਤੇ ਉਸ ਬੰਦੇ ਕਨੀ ਤੇ ਵੀ ਕੋਈ ਨਾ ਕੋਈ ਪ੍ਰਤੀਕਿਰਿਆ ਤਾਂ ਆਵੇਗੀ। ਸੋ ਉਹੀ ਪ੍ਰਤੀਕਿਰਿਆ ਜਿਹੜੀ ਜੋ ਬੀਜੇਪੀ ਕੇ ਆਪਦੇ ਬੀਜੇ ਹੋਏ ਕੰਡੇ ਆ, ਜਿਹੜੇ ਕਿ ਹੁਣ ਉਹਨਾਂ ਕੇ ਲੀਡਰਾਂ ਨੂੰ ਚੁਗਣੇ ਪੈ ਰਹੇ ਆ, ਜੋ ਲੀਡਰਾਂ ਨੂੰ ਕੰਡੇ ਜਦ ਤੱਕ ਚੁਗਣੇ ਪਵੇਂਗੇ, ਜਦ ਤੱਕ ਜੋ ਕਾਲੇ ਕਾਨੂੰਨ ਰੱਦ ਨਹੀਂ ਹੋ ਸਕਦੇ, ਇਹਨਾਂ ਕੇ ਉੱਪਰ ਸਰਕਾਰ ਆ ਜਿਹੜੀ ਕੋਈ ਐਕਸ਼ਨ ਨਹੀਂ ਲੈ ਲੈਂਦੀ। ਰਹੀ ਗੱਲ ਕੱਲ ਵਾਲੀ ਘਟਨਾ ਕੀ, ਕੱਲ ਵਾਲੀ ਘਟਨਾ ਦੇ ਬਾਅਦ ਹੁਣ ਜੋ ਬੀਜੇਪੀ ਨੂੰ ਬਹਾਨਾ ਮਿਲ ਗਿਆ ਕਿ ਮਾਰੇ ਲੀਡਰਾਂ ਨੂੰ ਜਿਹੜੇ ਜੋ ਕਾਂਗਰਸ ਸਰਕਾਰ ਕਨੀ ਤੇ ਲਾ ਲਓ, ਪੰਜਾਬ ਸਰਕਾਰ ਕਨੀ ਤੇ ਲਾ ਲਓ, ਵੀ ਜੋ ਟਾਰਗੇਟ ਜਾਣ का कराया जा रहा, भी मारे ਲੀਡਰਾਂ ਵਾ ਜਾਣ का ਜਿਹੜੇ ਕਿ ਹਮਲੇ ਕਰਵਾਏ ਜਾ ਰਹੇ ਆ। ਇਸ ਕਰਕੇ ਇਸ ਰੋਸ ਮਾ ਜਿਹੜੇ ਕਿ ਉਹ ਹਰਜੀਤ ਗਰੇਵਾਲ ਉਹਨੂੰ ਵੀ ਬੈਠੇ ਆ, ਹੁਣ ਉਥਾ ਹਰਜੀਤ ਗਰੇਵਾਲ ਨੂੰ ਨਹੀਂ ਸੋਚਣਾ ਚਾਹੀਦਾ ਵੀ ਅੱਜ ਤੂੰ ਰੋਸ ਕਰ ਰਹੇ ਉਥਾ ਤੁਸੀਂ ਵਿਰੋਧ ਕਰ ਰਹੇ ਹੋ ਉਸ ਚੀਜ਼ ਦਾ, ਤੂੰ ਜਦ ਕਿਸਾਨਾਂ ਦੇ ਬਾਰੇ में गलत बोलना ਤੈਨੂੰ ਜਦ ਸੋਚਣਾ ਚਾਹੀਦਾ। ਲੋੜ ਹੀ ਨਹੀਂ ਹੈਗੀ ਯਾਰ, ਮੇਰੀ ਗੱਲ ਸੁਣੋ, ਦੇਖੋ एक पासा लड़ाई है वीरे कानूना की या सरकार की, सेंटर गवर्नमेंट की लड़ाई है, उन्होंने गवर्नमेंट नाल लड़न दो, तुसी पार्टी के पीछा लगगा जे किसी नूं माड़ा चंगा बोलोगे उस चीज़ का तो नतीजा भुगतना पवेगा ना। सो इस तरह की जिहड़ी शब्दावली है जे बीजेपी कनी ते भी चाहे किसानां कनी ते भी यार भी किसी, देखो मैं ये गल नहीं कहता भी बीजेपी के कपड़े उपाड़ो तुसी लीडरां के या कुछ भी करो, वो तो बई लोकां दा गुस्सा, क्योंकि जनता जो ही कुर्सी पर बिठाउण वाली आ, जो ही कुर्सी पर तारन वाली, जे तुसी जनता नूं कुर्सी का बैठगा लोकां नूं कीड़े मकोड़े समझोगे, लोग गल नूं हੱਥ ਪਾਗਾ ਫਿਰ ਥੱਲਾ ਗੇਰਨ ਵਾਲੇ ਵੀ। ਜੀ ਧਨਵੰਤ ਜੀ, ਇੱਕ ਪਾਸੇ ਤਾਂ ਬੀਜੇਪੀ ਲੁਧਿਆਣੇ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ, ਦੂਜੇ ਪਾਸੇ ਕਿਸਾਨ ਵੀ ਅੱਜ ਜਿਹੜਾ ਲੁਧਿਆਣੇ ਦੇ ਵਿੱਚ ਮਹਾਮੰਥਨ ਕਰ ਰਹੇ ਨੇ, ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਸੰਸਦ ਕੂਚ ਕਰਨ ਦਾ, ਉਸ ਦੀ ਜਿਹੜੀ ਰਣਨੀਤੀ ਹੈ ਉਹਨਾਂ ਦੇ ਵੱਲੋਂ ਅੱਜ ਤਿਆਰ ਕੀਤੀ ਜਾਊਗੀ, ਕਿਵੇਂ ਦੇਖਦੇ ਹੋ? ਦੇਖੋ ਜੀ, ਕਿਸਾਨਾਂ ਦਾ ਜਿਹੜਾ ਸੰਸਦ ਵੱਲ ਕੂਚ ਕਰਨ ਦਾ ਫੈਸਲਾ ਜੀ पिछली 26 तारीख ਨੂੰ जब जो फैसला इस तरह का लिया गया था, 26 जनवरी की घटनावां वापरी, अपन सारा पता सारा की कुछ होया था, पर उस टाइम तो कुछ ना कुछ जिहड़ियां प्लैनिंग के विच कमियां रह गईयां जी, क्योंकि पहली बारी च कोई भी एक्सपर्ट नहीं हुंदा, इन्ना बड़ा अंदोलन पहला कदे होया नहीं ना, किते किसानां ने विचारिਆਂ ने जो सारा आम लोग ते बट्टां वादे उठ का जाण वाले पिंडां के लोग ते ज़्यादातर जिहड़े किसानां के अंदोलन के विचां भी उन्हां नूं विचारिਆਂ ਨੂੰ ਕੋਈ ਇੰਨਾ ਪਤਾ ਨਹੀਂ ਤਾਂ ਵੀ ਇਸ ਤਰ੍ਹਾਂ ਰਾਜਨੀਤੀ ਵੀ ਹੋ ਸਕਾ ਇਸ ਚੀਜ਼ ਦਾ, ਤਾਂ ਉਹ ਕਿਤੇ ਨਾ ਕਿਤੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਦੀਆਂ ਉਹਨਾਂ ਕੇ ਸ਼ਿਕਾਰ ਹੋ ਗਏ, ਜਿਸ ਕਰਕੇ ਜਿਹੜਾ ਉਹ 26 ਤਰੀਕ ਨੂੰ ਕਿਸਾਨ ਅੰਦੋਲਨ ਤਾਂ ਉਹ ਇੱਕ ਰਾਜਨੀਤਿਕ ਲਾ ਲਓ ਸਿਆਸਤ ਦੀ ਭੇਟ ਚੜ ਗਿਆ ਦਾ, ਜਿਸ ਤੋਂ ਬਾਅਦ ਬਹੁਤ ਜ਼ਿਆਦਾ ਖਮਿਆਜਾ ਹੁਣ ਤੱਕ ਭੁਗਤ ਰਹੇ ਆ ਕਿਸਾਨ। ਕਈ ਬੰਦਿਆਂ ਪਰਚੇ ਵੀ ਹੋਏ, ਦੀਪ ਸਿੱਧੂ, ਲੱਖਾ ਸਦਨ,
कुछ भी ਉਹਨਾਂ ਦਾ ਕਿਸਾਨ ਅੰਦੋਲਨ ਲਾ ਲਓ, ਕਿਸਾਨ ਜਥੇਬੰਦੀਆਂ ਉਹਨਾਂ ਪ੍ਰਤੀ ਨਜ਼ਰੀਆ ਕੀ ਆ ਉਹ ਵੱਲ ਅਲੱਗ ਆ, ਉਹ ਪੱਖ ਅਲੱਗ ਆ। ਪਰ ਇਸ ਟਾਈਮ ਤੱਕ ਹੁਣ ਜਿਹੜਾ ਖਮਿਆਜਾ ਉਹ ਭੁਗਤਣਾ ਪੈ ਰਿਹਾ। ਪਰ ਹੁਣ ਜਿਹੜੀ ਕਿਸਾਨਾਂ ਕਨੀ ਤੇ ਰਣਨੀਤੀ ਤਿਆਰ ਕਰੀ ਜਾ ਰਹੀ ਆ, ਕਿਸਾਨ ਹੁਣ ਪੂਰੇ ਚੌਕਸ ਹੋ ਚੁੱਕੇ ਆ। ਅੰਦੋਲਨ ਕੇ ਜਿਹੜੇ ਮੁੱਢਾਂ ਅੰਦੋਲਨ ਕੀ ਜਿਹੜੇ ਅਗਵਾਈ ਕਰ ਰਹੇ ਆ ਬੰਦੇ ਲਾ ਲਓ, ਆਗੂ ਲਾ ਲਓ, ਚੌਕਸ ਹੋ ਚੁੱਕੇ ਆ। ਉਹ ਕਹਾ ਵੀ ਜਥੇਬੰਦੀਆਂ ਕੇ ਜਥੇਬੰਦੀ ਬਣਾ ਕਾ आई कार्ड बनाकर उन्होंने बंदे फिर भेजा जाएगा ਜਿਹੜੇ ਅੱਗੇ ਜਾਏंगे संसद का मतलब कि संसद तक पहुँच करेंगे। ਜਿਹੜੇ ਬੰਦੇ ਉਹ ਸਾਰੇ ਬੰਦੇ ਜਥੇਬੰਦੀਆਂ ਦੇ ਰੂਪ ਚ ਔਰ ਸਾਰੇ ਬੰਦੇ ਪੂਰੇ ਲਾ ਲਓ ਵੀ आई कार्ड बनाकर तौर तरीके ਨਾਲ ਭੇਜੇ ਜਾएंगे ਤਾਂ ਕਿ ਵਿੱਚ ਕੋਈ ਤੀਜਾ ਬੰਦਾ ਵੜਕਾ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰ ਸਕੇ। ਔਰ ਅੰਦੋਲਨ ਦੇ ਵਿੱਚ ਜਿਹੜੀ ਕਿ मतलब कि एक कोई भी सियासत ना जी ना खेडी जा सके। इस टाइम किसाना कनी तो पूरी तैयारी आ, पूरी तौर तरीके नाल मतलब कि उन्होंने प्लैनिंग कर रखी आ भी इस बार जिहड़ा मतलब संसद वाल कूच होएगा वो पूरा सफल तरीके नाल करिया जावे, उसके विच कोई शरारती अंसर ना वड़ सके। क्योंकि पहला भी सरकारां के हत्थां नाल जिहड़ा कि सरकार का हत्थ विच होण करके होईयां जिहड़ियां कार्रवाईयां होईयां, इस तरह कार्रवाईयां नहीं हो सकदियां। क्योंकि उत्था जिहड़े मतलब कि लाल किले घटनावां वापरियां उत्था कई बंदे जिहड़े एक्सपर्ट बंदे आ ਜਾਂ ਫਿਰ ਉੱਥੇ ਜਥੇਬੰਦੀਆਂ ਨੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਕਿ ਵੀ ਲਾਲ ਕਿਲੇ ਦਾ ਗੇਟ ਕਦੇ ਵੀ ਖੁੱਲਾ ਨਹੀਂ ਰਹਿੰਦਾ ਜਿਹੜਾ ਬੜਾ ਗੇਟ ਆ। ਪਰ ਜਿਸ ਦਿਨ ਜੋ 26 ਜਨਵਰੀ ਦੀਆਂ ਘਟਨਾਵਾਂ ਵਾਪਰੀਆਂ ਉਸ ਦਿਨ ਕਿਵੇਂ ਖੁੱਲ ਗਿਆ? ਉਸ ਦਿਨ ਉਹ ਗੇਟ ਪੂਰੀ ਤਰ੍ਹਾਂ ਖੁੱਲਾ ਛੱਡਿਆ ਹੋਇਆ ਤਾਂ ਕਿਉਂ ਖੁੱਲਾ ਛੱਡਿਆ ਹੋਇਆ ਤਾਂ ਔਰ ਜਿਹੜੇ ਰਸਤੇ ਨੂੰ ਕਿਸਾਨਾਂ ਨੂੰ ਜਾਣ ਦੀ ਇਜਾਜ਼ਤ ਦਈ ਤੇ ਉਹ ਰਸਤਾ ਬੰਦ ਕਰਤਾ, ਦੂਜਾ ਰਸਤਾ ਖੋਲਿਆ ਗਿਆ ਤਾਂ। ਸੋ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਸਾਜ਼ਿਸ਼ਾਂ ਉਹ ਲੋਕਾਂ ਦੇ ਸਾਹਮਣੇ ਪਈਆਂ ਵੀ ਸਰਕਾਰ ਸਾਜ਼ਿਸ਼ਾਂ ਕਰ ਸਕਾ। ਪਰ ਇਸ ਵਾਰੀ ਕਿਸਾਨ ਵੀ ਚੌਕਸਾਂ ਵੀ ਕੋਸ਼ਿਸ਼ ਆ ਵੀ ਕੁਛ ਅਜਿਹਾ ਨਾ ਵਾਪਰੇ ਜਿਸ ਤਰ੍ਹਾਂ ਦਾ ਪਿਛਲੀ 26 ਨੂੰ ਵਾਪਰ ਗਿਆ। ਔਰ ਕਿਸਾਨ ਆਪਣਾ ਜਿਹੜਾ ਵਿਰੋਧ ਆ ਉਹ ਸਹੀ ਤਰੀਕੇ ਨਾਲ ਸੰਸਦ ਦੇ ਸਾਹਮਣੇ ਜਾ ਕੇ ਵੀ मतलब कि संसद भवन के कोल जाकर विरोध दर्ज करा सके, अपना जो भी जिस भी मनसा नाल हो जा रही वो मनसा पूरी करी जा सके। जी ਧਨਵੰਤ जी की लगता कि ਜਿਹੜਾ ਹੁਣ ਕਿ ਕਿਸਾਨਾਂ ਦੇ ਵੱਲੋਂ ਨਵਾਂ ਐਲਾਨ ਕੀਤਾ ਗਿਆ ਸੰਸਦ ਕੂਚ ਕਰਨ ਦਾ, ਕਿ ਇਸ ਨਾਲ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਚੱਲ ਰਿਹਾ ਕੋਈ ਇਸ ਦਾ ਹੱਲ ਨਿਕਲ ਸਕੂਗਾ? ਦੇਖੋ ਸੁਖਬੀਰ ਜੀ, ਪਤਾ ਕੀ ਆ, पिछले 7-8 महीने हो गए लगातार किसान दिल्ली के सड़कों में बैठे हैं, कल्ला फिर हथ पा हथ धर के बैठण नाल भी कोई हल तो है नहीं जी। सो किसान किसी तरह सरकार पर दबाव बनाने की कोशिश कर रहे हैं भी सरकार हमारी इस गल नूं समझे। पर सरकार तो एक पासा जो गल हो गई भी जिस तरह जो हमारे देश के लोग नहीं होंगे भी अस तां इन्हां नूं जाणदे नहीं भी जो बैठे रहण दे। सरकार का तो उही काम होया पिया इस टाइम, क्योंकि उन्होंने बारे सरकार जब कोई गल नहीं कर रही, कोई बात नहीं कर रही। जेकर सरकार फॉर्मैलिटी वास्ते कुछ कह भी रही है तो सिर्फ नरिंदर तोमर का तीजे चौथे दिन एक बयान आवा कि जो जिहड़ा भी कानून आ इन्हां नूं रद्द करन दी जिद्द छड्ड दें, फिर किसानां नाल गलबात कर नवें नूं। यार उन्हां की करना नवें नूं, उन्हां कड्ढना की आ असल दे विच अगला तो कहा भी सारी वो चीज़ जिहड़ी मेरी हुण कल परसों मेरी एक किसान आगू गलबात हुई, वो कहा भी मैनू एक गल दसो का भी ਜਾਂ ਤੁਹਾਨੂੰ कहता भी ਜ਼ਹਿਰ ਆ। ਹੁਣ ਜੇ ਮੈਨੂੰ ਤੁਸੀਂ ਕਹਿ ਰਹੇ ਵੀ ਜ਼ਹਿਰ ਆ, ਜੇ ਤੁਸੀਂ ਇਸ ਤਰ੍ਹਾਂ ਕਹੋਗੇ ਵੀ ਤੂੰ ਪੀਲੇ ਰੰਗ ਦੀ ਜ਼ਹਿਰ ਖਾ ਲਾ, ਚਿੱਟੇ ਰੰਗ ਦੀ ਜ਼ਹਿਰ ਖਾ ਲਾ, ਹਰੇ ਰੰਗ ਵੀ ਜ਼ਹਿਰ ਤਾਂ ਜ਼ਹਿਰ ਆ ਯਾਰ। ਵੀ ਤੁਸੀਂ ਐ ਨਾ ਕਹੋ ਵੀ ਜ਼ਹਿਰ ਖਾਣੀ ਨਹੀਂ, ਤੁਸੀਂ ਐ ਕਹੋ ਵੀ ਰੰਗ ਕਿਹੜੇ ਕੀ ਖਾਣੀ, ਵੀ ਰੰਗ ਨਾਲ ਕੀ ਫਰਕ ਆ ਯਾਰ, ਮਰਨਾ ਹੀ ਆ ਜ਼ਿਆਦਾ ਅੰਡੇ 'ਚ। ਵੀ ਇਸ ਕਰਕੇ ਵੀ ਤੁਸੀਂ ਇਸ ਚੀਜ਼ ਨੂੰ ਦੋ ਗੱਲ ਨੂੰ ਸਮਝੋ ਵੀ ਭਾਈ ਤੁਸੀਂ ਮੈਨੂੰ ਜ਼ਹਿਰ ਦੇ ਰਹੇ, ਅਸੀਂ ਨਹੀਂ ਖਾਣੀ, ਮਸਲਾ ਜੋ ਆ ਸਾਰਾ। ਸੋ ਹੁਣ तोमर उन्हीं का रंग बदल का देख रहा, तुसीं रंग बदल का खा लो, क्यों खाइए यार जब असीं खानी नहीं। इसके नतीजे किसान पढ़े लिखे हैं भाई जी, अजकल लोग पढ़े लिखे हैं, लोग नतीजे कढ़ चुके हैं भी इस चीज़ के नतीजे के निकलेंगे। जब मैं पता भी इसके नाल हमारा फ्यूचर खराब आ, हमारा भविख खराब आ, फिर तुसीं क्यों मैं मतलब ये कानून लागू कर रहे हैं। दूजे पासा कहा भी किसानों का भला होएगा, भाई जद कोई बंदा भला कराने वास्ते तैयार नहीं, जद कोई कह रहा यार अगला मूँहों मूँह पकार रहा भी मैनू तेरे भले की लोड़ नहीं जी, भी भाई जी असी चंगे हाँ, मर रहे हैं जो रहे हैं जिस तरह के चंगे हाँ, तुसीं मारा भला ना करो, धक्के नाल भला करना। भी जो किहड़ा बंदा देखिया अज तक, किहड़ी सरकार देखी अज तक भी किसी धक्के नाल भला करे। असल के विचों आपदा भला करना चाह, किसानां का कोई भला नहीं हैगा, कारपोरेट सैक्टर का भला करना चाह, क्योंकि जिन्हां ने अज तक मोदी नूं फंडिंग दे का प्रधानमंत्री बनाया, उन्हां का जिहड़ा सौदे होए हुए सरकारां के, उन्हां के जिहड़े पार्टियां सौदे हुए
ਉਹਨਾਂ ਪਿੱਛਾ ਅਸਲਮਾਂ ਜੋ ਲੜਾਈ ਆ ਵੀ ਭਾਈ ਉਹਨਾਂ ਬੰਦਿਆਂ ਨੂੰ ਜਵਾਬ ਦੇਣਾ ਮੈਨੂੰ ਔਖਾ, ਥਾਰਾ ਦਾ ਭਲਾ ਭੁਲਾ ਜਿਹੜਾ ਹੈਗਾ ਸਿਰਫ ਕਿਸਾਨਾਂ ਦੇ ਭਲੇ ਦਾ ਨਾਮ ਆ, ਭਲਾ ਜਿਸਕਾ ਕਰਨਾ ਉਹ ਸਾਰੇ ਦੇਸ਼ ਨੂੰ ਪਤਾ ਵੀ ਭਲਾ ਕਿਸਕਾ ਕਰਨਾ ਚਾਹ ਰਹੇ ਹਾਂ। ਗੱਲ ਤਾਂ ਸਿਰਫ ਜੋ ਆ ਵੀ ਜੇ ਭਾਈ ਤੁਸੀਂ ਕਿਸਾਨਾਂ ਦਾ ਭਲਾ ਜਹਾਂ ਇੰਨੇ ਕਿਸਾਨ ਮਰ ਗਏ ਬਾਈ ਜੀ, 500 ਦੇ ਉੱਪਰ ਕਿਸਾਨਾਂ ਦੀ ਡੈਥ ਹੋ ਚੁੱਕੀ ਆ, ਕਿਸੇ ਨੂੰ ਮਾਰ ਕੇ ਕਿਸੇ ਦਾ ਭਲਾ ਨਹੀਂ ਕਰਿਆ ਜਾ ਸਕਦਾ। ਜੇ ਤੁਹਾਨੂੰ ਐਡੇ ਕਿਸਾਨਾਂ ਦੇ ਭਲੇ ਕੀ ਸੋਚ ਰਹੇ ਆ ਨਾ ਤੁਸੀਂ, 500 ਦੇ ਉੱਪਰ ਜਿਹੜੇ ਬੰਦੇ ਮਰ ਚੁੱਕੇ ਆ, ਤੁਹਾਨੂੰ ਅੱਜ ਤੱਕ ਸੋਚ ਲੈਣਾ ਤਾਂ ਵੀ ਭਾਈ ਉਹਨਾਂ ਦੇ ਪਰਿਵਾਰਾਂ ਵਾਸਤੇ ਅਸੀਂ ਕੁਝ ਕਰੀਏ, ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸੁਵਿਧਾ ਦਈਏ ਜਾਂ ਅੱਗੇ ਤੇ ਅਸੀਂ ਚੀਜ਼ ਕੀ ਗਲਤੀ ਮੰਨੀਏ ਕਿ ਹਾਂ ਵੀ ਮਾਰੇ ਕਰਕਾ ਜੇ ਅਸੀਂ ਕਾਲੇ ਕਾਨੂੰਨ ਲਿਆਏ ਤਾਂ ਜੋ ਕਿਸਾਨ ਅੰਦੋਲਨ 'ਪਾ ਬੈਠੇ ਤਾਂ ਇੰਨੇ ਬੰਦਿਆਂ ਦੀ ਡੈਥ ਹੋ ਗਈ, ਵੀ ਮਾਰੇ ਕਰਕਾ ਵੀ ਇੰਨੇ ਬੰਦੇ ਆ ਜਿਹੜੇ ਉਹ ਮੌਤ ਕੇ ਮੂੰਹ 'ਚ ਜਾ ਚੁੱਕੇ ਆ, ਉਹ ਇੰਨੇ ਕਿਸਾਨ ਜਿਹੜੇ ਸ਼ਹੀਦ ਹੋ ਚੁੱਕੇ ਆ, ਵੀ ਤਾਂ ਕਰਕਾ ਮਾਨੂੰ ਜੋ ਅੰਦੋਲਨ ਖਤਮ ਕਰ ਦੇਣਾ ਚਾਹੀਦਾ, ਕਾਨੂੰਨ ਰੱਦ ਕਰ ਦੋ, ਅੰਦੋਲਨ ਖਤਮ ਹੋ ਗਿਆ, ਲੋਕਾਂ ਦੀ ਡੈਥ ਨਹੀਂ ਹੋਣੀ ਜੀ। ਵੀ ਤੁਸੀਂ ਉਸ ਚੀਜ਼ ਦਾ ਕਾਰਨ ਬਣ ਰਹੇ ਹੋ ਉਹ ਨਹੀਂ ਦੇਖਦੇ, ਜੋ ਦੇਖ ਰਹੇ ਮਾਰੀ ਜਿੱਦ ਆ ਧੌਣ 'ਚ ਕਿੱਲਾ ਅੜਿਆ ਹੋਇਆ ਨਾ। ਅਸਲ 'ਚ ਬਾਈ ਗੱਲ ਜੋ ਆ ਹੁਣ ਕਿਸਾਨ ਵੀ ਉਹੀ ਗੱਲ ਕਹਿ ਰਹੇ ਆ ਵੀ ਕਾਨੂੰਨ ਤਾਂ ਰੱਦ ਹੋਏਗੇ ਪਰ ਜਿਹੜਾ ਮੋਦੀ ਦੀ ਧੌਣ 'ਚ ਕਿੱਲਾ ਉਹ ਕੱਢਣਾ ਜੀ। ਰੌਲਾ ਸਿਰਫ ਇਸ ਗੱਲ ਕਰ ਕੱਢ ਕਾ ਹਟेंगे ਬਾਈ ਜੀ। ਲੋਕ ਆ ਜੋ ਜਨਤਾ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਆ, ਇਹ ਲੋਕ ਆ ਕੁਰਸੀਆਂ ਬਿਠਾਉਣ ਵਾਲੇ। ਜੇਕਰ ਕੋਈ ਮੰਤਰੀ, ਕੋਈ ਬਾਦਸ਼ਾਹ, ਫਕੀਰ, ਵਜ਼ੀਰ ਜੋ ਵੀ ਆ ਜੇ ਲੋਕਾਂ ਦੇ ਖਿਲਾਫ ਹੋ ਜੇ, ਜਿਹੜੀ ਜਨਤਾ ਦੇ ਖਿਲਾਫ ਹੋ ਜੇ, ਉਹ ਲੋਕਾਂ ਨੂੰ ਪਤਾ ਵੀ ਗਲਮੇ ਨੂੰ ਹੱਥ ਪਾਗਾ ਥੱਲਾ ਕਿਸ ਤਰ੍ਹਾਂ ਸਿੱਟਣਾ, ਜੋ ਵੀ ਲੋਕਾਂ ਨੂੰ ਚੰਗੀ ਤਰ੍ਹਾਂ ਵਾ। ਕਿਉਂਕਿ ਮੋਦੀ ਤਾਂ ਚਲੋ ਲੋਕਤੰਤਰ ਦੇ ਵਿੱਚ ਪ੍ਰਧਾਨ ਮੰਤਰੀ ਬਣਿਆ ਹੋਇਆ, ਗਦਾਫੀ ਵਰਗੇ ਆ ਜਿਹੜੇ, ਉਹਨਾਂ ਨੇ ਬਹੁਤ ਲੋਕਾਂ ਦਾ ਤਾਨਾਸ਼ਾਹੀ ਰਾਜ ਕਰਿਆ, ਠੀਕ ਆ। ਹਿਟਲਰ ਵਰਗਿਆਂ ਨੇ ਤਾਨਾਸ਼ਾਹੀ ਰਾਜ ਕਰਿਆ। ਜਿਹੜੇ ਵੀ ਮਤਲਬ ਕਿ ਤਾਨਾਸ਼ਾਹ ਹੋਏ ਆ ਦੁਨੀਆ ਦੇ ਵਿੱਚ, ਉਹ ਸਾਰੇ ਤਾਨਾਸ਼ਾਹਾਂ ਦਾ ਅੰਤ ਹੋਇਆ। ਗਦਾਫੀ ਵਰਗਿਆਂ ਦਾ ਅੰਤ ਅਜਿਹਾ ਹੋਇਆ, ਉਹਨਾਂ ਦੀ ਲਾਸ਼ਾਂ ਵੀ ਨਾਲਿਆਂ ਦੇ ਵਿੱਚ ਤੇ ਲੱਭੀਆਂ ਦੀਆਂ, ਲੋਕਾਂ ਨੇ ਰੋੜੇ ਮਾਰ ਕੇ ਮਾਰਤੇ ਤੇ ਉਹਨਾਂ ਲੋਕਾਂ ਦੀ ਮੌਤ ਵੀ ਬਹੁਤ ਭੈੜੀ ਹੋਈ ਆ। ਸੋ ਸੋਚਣਾ ਚਾਹੀਦਾ ਵੀ ਜੇਕਰ ਆਪਾਂ ਆਪਣੇ ਹੱਥ 'ਚ ਦੇਸ਼ ਦਾ ਤੰਤਰ ਆ ਹੀ ਗਿਆ ਤਾਂ ਉਸ ਤੰਤਰ ਨੂੰ ਆਪਾਂ ਸਹੀ ਢੰਗ ਨਾਲ ਚਲਾਈਏ। ਜਨਤਾ ਆਪਾਂ ਨੂੰ ਲੋਕਾਂ ਦੇ ਭਲੇ ਵਾਸਤੇ ਚੁਣਾ, ਜਨਤਾ ਆਪਾਂ ਨੂੰ ਸੁੱਖ ਵਾਸਤੇ ਚੁਣਾ, ਨਾ ਕਿ ਇਸ ਵਾਸਤੇ ਕਿ ਤੁਸੀਂ ਕੱਲ ਨੂੰ ਤਾਨਾਸ਼ਾਹ ਬਣ ਕੇ ਲੋਕਾਂ ਦੇ ਉੱਪਰ ਧੱਕੇ ਨਾਲ ਕਾਨੂੰਨ ਥੋਪੋ। ਸੋ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਜਿਹੜੇ ਬੀਜੇਪੀ ਪਾਰਟੀ ਨੂੰ ਸਮਝਣਾ ਚਾਹੀਦਾ। ਜੇਕਰ ਇਹਨਾਂ ਚੀਜ਼ਾਂ ਨੂੰ ਸਮੇਂ ਨਾਲ ਨਾ ਸਮਝਿਆ ਗਿਆ ਤਾਂ ਆਉਣ ਵਾਲੇ ਸਮੇਂ ਜਿਹੜੇ ਉਹ ਕਿਸਾਨ ਅੰਦੋਲਨ ਦੇ ਨਤੀਜੇ ਆ ਉਹ ਹੋਰ ਵੀ ਮਾੜੇ ਨਿਕਲ ਸਕਣ ਜੀ। ਧੰਨਵਾਦ ਜੀ, ਪ੍ਰੋਗਰਾਮ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਬਾਈ ਜੀ। ਤਾਂ ਇਹ ਸਨ ਮੇਰੇ ਸਹਿਯੋਗੀ ਪੱਤਰਕਾਰ ਧੰਨਵਾਦ ਸਿੰਘ ਘੁਮਾਣ, ਜਿਨ੍ਹਾਂ ਨੇ ਇਹਨਾਂ तमाम ਮਸਲਿਆਂ ਦੇ ਆਪਣੇ ਵਿਚਾਰ ਦਿੱਤੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਪੁਆਧੀ ਟੀਵੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।